ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਆਪਾਂ ਕੋਈ ਮਸ਼ੀਨ ਖਰੀਦਦੇ ਆਂ, ਬੇਸ਼ੱਕ ਉਹ ਛੋਟੀ ਤੋਂ ਛੋਟੀ ਮਸ਼ੀਨ ਕਿਉਂ ਨਾ ਹੋਵੇ, ਉਸ ਦੇ ਨਾਲ ਸਾਨੂੰ ਇੱਕ ਯੂਜ਼ਰ ਗਾਈਡ ਮਿਲਦੀ ਹੈ। ਉਸ ਦੇ ਅੰਦਰ ਬਕਾਇਦਾ ਉਸ ਮਸ਼ੀਨ ਦੀ ਪੂਰੀ ਡਿਟੇਲ ਨਾਲ ਜਾਣਕਾਰੀ ਦਿੱਤੀ ਹੁੰਦੀ ਹੈ। ਉਸ ਨੂੰ ਚਲਾਉਣਾ ਕਿਵੇਂ ਹੈ, ਉਸ ਨੂੰ ਅਸੈਂਬਲ ਕਿਵੇਂ ਕਰਨਾ ਹੈ, ਉਹਦੇ ਤੋਂ ਵਧੀਆ ਢੰਗ ਨਾਲ ਕੰਮ ਕਿਵੇਂ ਲੈਣਾ ਹੈ ਆਪਾਂ, ਔਰ ਉਸ ਨੂੰ ਕਿਸ ਢੰਗ ਨਾਲ ਆਪਾਂ ਸੁਰੱਖਿਅਤ ਰੱਖ ਸਕਦੇ ਹਾਂ, ਬਚਾ ਕੇ ਰੱਖ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਗਾਈਡ ਦੇ ਅੰਦਰ ਸਾਨੂੰ ਮਿਲਦੀਆਂ ਨੇ। ਪਰ ਤੁਸੀਂ ਕਦੀ ਖਿਆਲ ਕੀਤਾ ਹੈ ਕਿ ਪ੍ਰਮਾਤਮਾ ਨੇ ਇੱਕ ਬੜੀ ਹੀ ਬੇਸ਼ਕੀਮਤੀ ਮਸ਼ੀਨ ਸਾਨੂੰ ਦਿੱਤੀ ਹੈ। ਐਸੀ ਮਸ਼ੀਨ ਜਿਹੜੀ ਪ੍ਰਮਾਤਮਾ ਤੋਂ ਇਲਾਵਾ ਹੋਰ ਕੋਈ ਬਣਾ ਨਹੀਂ ਸਕਦਾ। ਉਹ ਮਸ਼ੀਨ ਕਿਹੜੀ ਹੈ ਜੀ? ਉਹ ਮਸ਼ੀਨ ਹੈ ਆ ਸਾਡੀ ਦੇਹ, ਆ ਸਾਡਾ ਸਰੀਰ। ਪਰ ਇਹਦੇ ਨਾਲ ਕੋਈ ਯੂਜ਼ਰ ਗਾਈਡ ਨਹੀਂ ਹੁੰਦੀ। ਮਸ਼ੀਨਾਂ ਨਾਲ ਯੂਜ਼ਰ ਗਾਈਡ ਆਉਂਦੀ ਹੈ, ਪਰ ਇਸ ਜਿਹੜੀ ਮਸ਼ੀਨ, ਇਹ ਜਿਹੜੀ ਵਿਲੱਖਣ ਮਸ਼ੀਨ ਹੈ ਨਾ, ਇਹਦੇ ਨਾਲ ਕੋਈ ਯੂਜ਼ਰ ਗਾਈਡ ਨਹੀਂ ਹੁੰਦੀ। ਜਿਸ ਕਾਰਨ ਇਹ ਮਸ਼ੀਨ ਤੇ ਸਾਨੂੰ ਪ੍ਰਾਪਤ ਹੋ ਗਈ, ਪਰ ਇਸ ਤੋਂ ਕੰਮ ਕਿਵੇਂ ਲੈਣਾ ਹੈ, ਇਹਦੇ ਨਾਲ ਕਰਨਾ ਕੀ ਹੈ, ਇਹ ਅਸੀਂ ਸਮਝ ਨਹੀਂ ਪਾਏ। ਇਸੇ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਮਸ਼ੀਨ ਤੇ ਬੜੀ ਉਮੀਦ ਆ, ਪਰ ਉਹ ਪ੍ਰਾਪਤ ਅਣਜਾਣ ਬੰਦੇ ਨੂੰ ਹੋ ਗਈ। ਹੁਣ ਉਹ ਅਣਜਾਣ ਬੰਦਾ ਜਿਹੜਾ ਹੈ, ਜਿਸ ਨੂੰ ਪਤਾ ਹੀ ਨਹੀਂ ਇਸ ਨੂੰ ਵੀ ਚਲਾਉਣਾ ਕਿਵੇਂ ਹੈ, ਇਹਦੇ ਤੋਂ ਕੰਮ ਕਿਵੇਂ ਲੈਣਾ ਹੈ, ਉਹ ਬੰਦਾ ਕੀ ਕਰੇਗਾ? ਆਪਣਾ ਨੁਕਸਾਨ ਕਰੇਗਾ, ਪਹਿਲਾਂ ਦੂਜੇ ਦਾ ਨੁਕਸਾਨ ਕਰੇਗਾ। ਇਹੀ ਮਨੁੱਖ ਜਾਤੀ ਦੇ ਨਾਲ ਹੋ ਰਿਹਾ ਹੈ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਸਭ ਤੋਂ ਸਰਵਸ਼੍ਰਿਸ਼ਟ ਕ੍ਰਿਤ ਅਕਾਲ ਪੁਰਖ ਦੀ ਇਹ ਸਰੀਰ ਹੈ, ਪਰ ਚੂੰਕਿ ਅਣਜਾਣ ਹੱਥਾਂ 'ਚ ਚਲਾ ਗਿਆ ਹੈ, ਇਸੇ ਕਰਕੇ ਇਹਦੇ ਨਾਲ ਬਹੁਤ ਵੱਡੇ ਪੱਧਰ ਤੇ ਜੋ ਹੈ ਉਹ ਮਨੁੱਖਤਾ ਦਾ ਨੁਕਸਾਨ ਕਰ ਰਿਹਾ ਹੈ। ਜਿੰਨਾ ਮਨੁੱਖਤਾ ਦਾ ਨੁਕਸਾਨ ਕਰਦਾ ਪਿਆ, ਉਹਨਾਂ ਸ਼ਾਇਦ ਹੋਰ ਕੋਈ ਵੀ ਨਹੀਂ ਕਰ ਰਿਹਾ। ਹੁਣ ਐਸਾ ਨਹੀਂ ਹੈ ਕਿ ਪ੍ਰਮਾਤਮਾ ਨੇ ਇਸ ਨੂੰ ਚਲਾਉਣ ਦੇ ਲਈ, ਇਸ ਨੂੰ ਕਿਵੇਂ ਚਲਾਉਣਾ ਹੈ, ਕੋਈ ਯੂਜ਼ਰ ਗਾਈਡ ਨਹੀਂ ਦਿੱਤੀ। ਸਮੇਂ ਨਾਲ ਇਸ ਧਰਤੀ ਤੇ ਬਹੁਤ ਸਾਰੇ ਅਵਤਾਰ, ਪੈਗੰਬਰ, ਔਲੀਏ, ਰਹਿਬਰ ਆਏ, ਗੁਰੂ ਸਾਹਿਬਾਨ ਆਏ। ਉਹਨਾਂ ਦੀ ਜਿਹੜੀ ਪਵਿੱਤਰ ਬਾਣੀ ਹੈ, ਜੋ ਉਹਨਾਂ ਦਾ ਪਵਿੱਤਰ ਉਪਦੇਸ਼ ਹੈ, ਜੋ ਬਹੁਤ ਹੀ ਵਡਮੁੱਲਾ ਤੇ ਬੇਸ਼ਕੀਮਤੀ ਹੈ, ਅਸਲ ਮਾਇਨਿਆਂ ਦੇ ਅੰਦਰ ਉਹੀ ਸਾਡੇ ਲਈ ਯੂਜ਼ਰ ਗਾਈਡ ਹੈ। ਉਹਨੂੰ ਪੜ੍ਹ ਕੇ ਅਸੀਂ ਇਸ ਬੇਸ਼ਕੀਮਤੀ ਜਿਹੜੀ ਮਸ਼ੀਨ ਹੈ ਨਾ, ਇਹਦੇ ਨਾਲ ਬੜੇ ਸੁਚੱਜੇ ਢੰਗ ਨਾਲ ਇਹਦੇ ਤੋਂ ਕੰਮ ਲੈ ਸਕਦੇ ਹਾਂ, ਵੱਧ ਤੋਂ ਵੱਧ ਭਲਾ ਕਰ ਸਕਦੇ ਹਾਂ, ਚੰਗੇ ਕੰਮ ਕਰ ਸਕਦੇ ਹਾਂ, ਇਸ ਸੰਸਾਰ ਰੂਪੀ ਬਾਗ ਨੂੰ ਹੋਰ ਬਹੁਤ ਖੂਬਸੂਰਤ ਬਣਾ ਸਕਦੇ ਹਾਂ। ਪਰ ਸਾਡੀ ਦਿੱਕਤ ਕੀ ਹੈ, ਸਾਡੀ ਪਰੇਸ਼ਾਨੀ ਕੀ ਹੈ? ਅਸੀਂ ਜੋ ਗੁਰੂ ਸਾਹਿਬਾਨਾਂ ਦਾ ਪਵਿੱਤਰ ਉਪਦੇਸ਼ ਹੈ, ਉਸ ਨੂੰ ਪਹਿਲੇ ਨੰਬਰ ਤੇ ਪੜ੍ਹਦੇ ਹੀ ਨਹੀਂ। ਮਹਾਰਾਜ ਕਹਿੰਦੇ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਪੜ੍ਹਦੇ ਨਹੀਂ। ਜੇਕਰ ਕਿਤੇ ਪੜ੍ਹਦੇ ਆ ਭੁੱਲ ਭੁਲੇਖੇ, ਤੇ ਫਿਰ ਉਹਨਾਂ ਦੇ ਦਿੱਤੇ ਉਪਦੇਸ਼ ਨੂੰ, ਗਿਆਨ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਅਮਲੀ ਤੌਰ ਤੇ ਧਾਰਨ ਨਹੀਂ ਕਰਦੇ। ਮੈਂ ਕਹਾਣੀ ਪੜ੍ਹ ਰਿਹਾ ਸੀ ਕਿ ਦੋ ਮੁਸਾਫਿਰ ਜਾ ਰਹੇ ਸੀ ਕਿਤੇ, ਔਰ ਉਹਨਾਂ ਨੇ ਦੇਖਿਆ ਕਿ ਅੱਗੇ ਇੱਕ ਬਹੁਤ ਵੱਡੀ ਤਖਤੀ ਲੱਗੀ ਹੋਈ ਹੈ। ਤਖਤੀ ਦੇਖ ਕੇ ਰੁਕ ਗਏ। ਉਹਨਾਂ ਨੂੰ ਰੁਕਣਾ ਪਿਆ ਕਿਉਂਕਿ ਉਸ ਤਖਤੀ ਤੇ ਲਿਖਿਆ ਹੋਇਆ ਸੀ ਕਿ ਅੱਗੇ ਰਸਤਾ ਬੰਦ ਹੈ। ਉਹਨਾਂ ਨੇ ਤਖਤੀ ਨੂੰ ਪੜ੍ਹ ਲਿਆ, ਪਰ ਤਖਤੀ ਤੇ ਪੜ੍ਹਨ ਤੋਂ ਬਾਅਦ ਵੀ ਉਹਨਾਂ ਨੇ ਸੱਜੇ ਖੱਬੇ ਦੇਖਿਆ, ਔਰ ਤਖਤੀ ਦੇ ਨਾਲੋਂ ਹੀ ਹਜੇ ਹੁਣੇ ਹੀ ਕੋਈ ਕਾਰ ਗੁਜ਼ਰੀ ਸੀ, ਉਹਦੇ ਨਿਸ਼ਾਨ ਸੀਗੇ। ਉਹਨਾਂ ਨੇ ਤਖਤੀ ਨੂੰ ਪਾਸੇ ਕਰ ਦਿੱਤਾ ਔਰ ਉਹ ਉਸੇ ਰਾਹ ਤੇ ਚੱਲ ਪਏ। ਕੋਈ 3-4 ਮੀਲ ਚੱਲਣ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਰਸਤਾ ਬੰਦ ਹੈ। ਚੂੰਕਿ ਰਸਤਾ ਬੰਦ ਤਾਂ ਹੈ ਕਿਉਂਕਿ ਜਿਹੜਾ ਪੁਲ ਹੈ ਨਦੀ ਵਾਲਾ, ਉਹ ਟੁੱਟ ਚੁੱਕਾ ਹੈ, ਤੇ ਹੁਣ ਉਹਨਾਂ ਦੀ ਮਜਬੂਰੀ ਬਣ ਗਈ, ਹੋਰ ਕੋਈ ਵਿਕਲਪ ਹੈ ਹੀ ਨਹੀਂ ਸੀ, ਉਹਨਾਂ ਨੂੰ ਵਾਪਸ ਆਉਣਾ ਪਿਆ। ਰਸਤੇ 'ਚ ਇੱਕ ਦੂਜੇ ਨੂੰ ਕਹਿ ਰਿਹਾ ਸੀ ਕਿ ਆਪਾਂ ਨੂੰ ਤਖਤੀ ਦੀ ਮੱਲ ਲੈਣੀ ਚਾਹੀਦੀ ਸੀ, ਜੋ ਤਖਤੀ ਤੇ ਲਿਖਿਆ ਹੋਇਆ ਸੀ। ਵਾਪਸੀ ਪਰਦੇ ਨੇ ਤੇ ਤਖਤੀ ਦੇ ਦੂਜੇ ਪਾਸੇ ਉਹ ਪੜ੍ਹਦੇ ਨੇ, ਲਿਖਿਆ ਹੋਇਆ ਸੀ ਕਿ ਹੁਣ ਯਕੀਨ ਆ ਗਿਆ। ਤੋ ਕਹਿਣ ਦਾ ਅਰਥ ਕੀ ਹੈ ਕਿ ਸਾਡੀ ਵੀ ਹਾਲਤ ਉਹਨਾਂ ਮੁਸਾਫਰਾਂ ਵਾਲੀ ਹੈ। ਤਖਤੀ ਤੇ ਲਿਖਿਆ ਸਭ ਕੁਝ ਹੈ,
ਜਦੋਂ ਤੁਸੀਂ ਗੁਰੂ ਕੀ ਪਾਵਨ ਬਾਣੀ ਪੜ੍ਹੋਗੇ ਤੇ ਗੁਰਮੁਖ ਪਿਆਰਿਓ ਤੁਹਾਨੂੰ ਜੀਵਨ ਦਾ ਉਮਦਾ ਰਾਹ ਮਿਲੇਗਾ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਅਸਲ ਮਾਰਗ ਗੁਰੂ ਦਿੰਦਾ ਹੈ। ਔਰ ਜਦੋਂ ਤੁਸੀਂ ਕਈ ਸੱਜਣ, ਜਦੋਂ ਮੈਂ ਕਥਾ ਵਿਚਾਰ ਕਰਦਾ, ਤੁਹਾਡੇ ਨਾਲ ਸਾਂਝੀ ਕਰਦਾ, ਤੇ ਕਈ ਸੱਜਣ ਕਹਿੰਦੇ ਕਿਹੜੀਆਂ ਕਿਤਾਬਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ। ਕਿਤਾਬਾਂ ਪੜ੍ਹੋ, ਉਮਦਾ ਕਿਤਾਬਾਂ ਪੜ੍ਹੋ, ਚੰਗੀਆਂ ਕਿਤਾਬਾਂ ਪੜ੍ਹੋ। ਪਰ ਗੁਰਮੁਖ ਪਿਆਰਿਓ, ਕਿਤਾਬਾਂ ਤੇ ਆਪਾਂ ਦੇਖੋ ਪੜ੍ਹਨੀ ਹੀ ਨੇ, ਪਰ ਮੈਂ ਸਮਝਦਾ ਕਿ ਜੋ ਤੱਤ ਹੈ, ਜੋ ਸਾਰ ਹੈ ਸਾਡੇ ਜੀਵਨ ਦਾ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ। ਅਗਰ ਤੁਸੀਂ ਉਸ ਪਵਿੱਤਰ ਬਾਣੀ ਨੂੰ ਪੜ੍ਹਦੇ ਹੋ ਤੇ ਸਹੀ ਮਾਇਨੇ ਸੱਚ ਕਰਕੇ ਮੰਨਿਓ, ਕੋਈ ਐਸੀ ਦਿੱਕਤ, ਕੋਈ ਐਸੀ ਪਰੇਸ਼ਾਨੀ ਹੈ ਹੀ ਨਹੀਂ ਜਿਹਦਾ ਹੱਲ ਨਾ ਹੋਵੇ। ਮੈਂ ਇੱਕ ਪੋਇਮ ਪੜ੍ਹੀ, ਸ਼ਾਇਦ BA ਫਸਟ ਈਅਰ ਜਾਂ ਸੈਕਿੰਡ ਈਅਰ ਦੀ ਹੋਣੀ ਹੈ। W.H. ਲੌਂਗਫੈਲੋ ਅਮਰੀਕੀ ਪੋਇਟ ਹੈ, ਉਹਦੀ ਪੋਇਮ ਹੈ ਆ ਸ਼ਾਮ ਆਫ ਲਾਈਫ। ਉਸਦੇ ਪਹਿਲੇ ਪੈਰੇ 'ਚ ਉਹਨੇ ਬੜੀ ਕਮਾਲ ਦੀ ਗੱਲ ਕਹੀ ਹੈ। ਕਹਿੰਦਾ ਕਿ ਸੰਸਾਰ 'ਚ ਆਉਣ ਵਾਲੇ ਰਹਿਬਰ, ਅਵਤਾਰ, ਪੈਗੰਬਰ ਉਹ ਸਮੇਂ ਦੀ ਰੇਤ ਤੇ ਨਾ ਆਪਣੇ ਫੁੱਟ ਪ੍ਰਿੰਟ ਛੱਡ ਕੇ ਗਏ ਨੇ, ਪਦ ਚਿੰਨ੍ਹ ਛੱਡ ਕੇ ਗਏ ਨੇ। ਜਿਹੜਾ ਉਹਨਾਂ ਫੁੱਟ ਪ੍ਰਿੰਟਸ ਦਾ ਅਨੁਸਰਨ ਕਰਦਾ ਹੈ, ਉਹਨਾਂ ਤੇ ਚੱਲਦਾ ਹੈ, ਉਹ ਉੱਥੇ ਹੀ ਪਹੁੰਚ ਜਾਂਦੇ ਨੇ ਜਿੱਥੇ ਉਹ ਪਹੁੰਚੇ ਹੋਏ ਨੇ। ਇਹਨੂੰ ਹੀ ਮਹਾਰਾਜ ਕਹਿੰਦੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਜੇਕਰ ਸਹੀ ਮਾਇਨਿਆਂ ਦੇ ਅੰਦਰ ਤੁਸੀਂ ਪਹੁੰਚਣਾ ਚਾਹੁੰਦੇ ਹੋ ਮੰਜ਼ਿਲ ਤੇ ਤਖਤੀ ਨੂੰ ਪੜ੍ਹੋ। ਜੋ ਤਖਤੀ ਤੇ ਲਿਖਿਆ ਹੋਇਆ ਉਸ ਨੂੰ ਪੜ੍ਹੋ, ਔਰ ਸਿਰਫ ਪੜ੍ਹੋ ਨਾ, ਉਸ ਚੀਜ਼ ਨੂੰ ਮੰਨੋ, ਉਸ ਨੂੰ ਆਪਣੇ ਜੀਵਨ 'ਚ ਜਗ੍ਹਾ ਦਿਓ। ਜਦੋਂ ਜਗ੍ਹਾ ਦਿਓਗੇ ਪਿਆਰਿਓ, ਤੇ ਜੀਵਨ ਬੜਾ ਸੁਖਾਲਾ ਹੈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ